ਪਤਾ ਕੀ ਗੱਲ ਹੈ, ਸਾਡੇ ਮੁਲਕ 'ਚ ਸਿੰਗਰ ਥੋੜਾ ਜਿਹਾ ਅਪਲਾਈਜ ਕੀਤਾ ਜਾਂਦਾ ਹੈ, ਅਦਰਵਾਈਜ਼ ਫਨਕਾਰ ਜਿਹੜਾ ਨਾ ਉਹਦਾ ਨਹੀਂ ਕੋਈ। ਬਾਜ਼ ਲੋਕ ਆ ਕੇ ਕੋਈ ਆਰਟਿਸਟ ਜੂਨੀਅਰ ਜਾਂ ਕੋਈ ਸੀਨੀਅਰ ਕੋਈ ਪ੍ਰੋਬਲਮ ਸੁਣਾਉਂਦਾ, ਥੋੜੀ ਬਹੁਤੀ ਤੇ ਅਸੀਂ ਉਹਦੀ ਹੱਲ ਕਰ ਸਕਦੇ ਹਾਂ ਪ੍ਰੋਬਲਮ। ਜੀ ਮਤਲਬ ਉਹਨੂੰ ਬਕਾਇਦਾ ਇੰਝ ਘਰ ਬਣਾ ਕੇ ਜਾਂ ਗੱਡੀ ਲੈ ਕੇ ਉਹ ਨਹੀਂ ਅਸੀਂ ਕਰ ਸਕਦੇ, ਕਿਉਂਕਿ ਅਸੀਂ ਜਦੋਂ ਇੰਝ ਪਿੱਛੇ ਵੇਖਦੇ ਨਾ ਹਾਲੇ ਸਾਡਾ ਆਪਣਾ ਬਹੁਤ ਕੁਝ ਬਣਨ ਵਾਲਾ ਪਿਆ ਹੈ। ਬਿਲਕੁਲ ਸਹੀ। ਥੋੜਾ ਜਿਹਾ ਕੋਈ ਗਵਰਨਮੈਂਟ ਦਾ ਕੋਈ ਫੰਡ ਹੋਣਾ ਚਾਹੀਦਾ ਹੈ ਜਾਂ ਇੱਕ ਅਦਾਰਾ ਇੱਕ ਹੋਣਾ ਚਾਹੀਦਾ ਹੈ। ਲੇਕਿਨ ਤੁਹਾਡੇ ਵਾਸਤੇ ਵੀ ਹੈਰਾਨਗੀ ਵਾਲੀ ਗੱਲ ਹੋਏਗੀ ਔਰ ਸੁਣਨ ਵਾਲੇ ਵਾਸਤੇ ਵੀ ਕਿ ਅਕਸਰ ਸਾਡੇ ਆਰਟਿਸਟਾਂ ਦੇ 'ਚ ਦੇਖਿਆ ਗਿਆ ਸਟੇਜ ਦੇ ਵਾਲੇ ਨਾਲ ਕਿ ਵੀ ਜਦੋਂ ਬਿਮਾਰ ਹੁੰਦੇ ਨੇ ਤਾਂ ਇੱਕ ਅਪੀਲ ਹੋ ਰਹੀ ਹੁੰਦੀ ਹੈ। ਇਹ ਸਾਰਾ ਇਹਦੀ ਵਜੂਹਾਤ ਨੇ। ਇਹਦੀ ਬੇਸਿਕ ਵਜ੍ਹਾ ਹੈ ਕਿ ਜਿਸ ਤਰ੍ਹਾਂ ਅਸੀਂ ਗੌਰਮੈਂਟ ਦੇ ਉੱਤੇ ਕਰਨਾ ਚਾਹੀਦਾ ਔਰ ਗੌਰਮੈਂਟ ਕਰ ਰਹੀ ਹੈ। ਸਾਡੇ ਕੋਲ ਆਰਟਿਸਟਾਂ ਦੀ ਜ਼ਿਮਨ ਵਿੱਚ ਕਲਚਰ ਦੀ ਪ੍ਰਮੋਸ਼ਨ ਵਾਸਤੇ ਇਤਨਾ ਕੁ ਪੈਸਾ ਆਉਂਦਾ ਹੈ, ਇਤਨਾ ਕੁ ਪੈਸਾ ਆਉਂਦਾ, ਤੁਹਾਨੂੰ ਹੈਰਾਨਗੀ ਹੋਏਗੀ ਕਿ ਹਰ ਆਰਟਿਸਟ ਦਾ ਇੱਕ ਮਹਿਲ ਬਣਨਾ ਚਾਹੀਦਾ। ਲੇਕਿਨ ਇਹ ਸਾਰਾ ਪੈਸਾ ਕਿੱਥੇ ਜਾਂਦਾ ਹੈ? ਇਹ ਸਾਰਾ ਪੈਸਾ ਜਿਹੜੇ ਫਨਕਾਰਾਂ 'ਚੋਂ ਸਾਡੇ ਕੁਝ ਵੱਡੇ ਨੇ ਉਹ ਖਾ ਪੀ ਜਾਂਦੇ ਨੇ, ਜਾਂ ਜਿਨ੍ਹਾਂ ਦੇ ਕੋਲ ਇਹ ਪੈਸਾ ਆਉਂਦਾ ਹੈ ਉਹ ਉਹਨਾਂ ਦੇ ਵੱਡੇ ਖਾ ਪੀ ਜਾਂਦੇ ਨੇ। ਜਿਹੜੀਆਂ NGOs ਕੋ ਪੈਸਾ ਆਉਂਦਾ ਹੈ ਉਹ ਖਾ ਪੀ ਜਾਂਦੀਆਂ ਨੇ। ਜਿਨ੍ਹਾਂ ਲੋਕਾਂ ਦੇ ਜਿਹੜੇ ਲੋਕ ਤੁਸੀਂ ਜਿਨ੍ਹਾਂ ਦਾ ਕਹਿ ਰਹੇ ਹੋ, ਜਿਨ੍ਹਾਂ ਨੂੰ ਪਤਾ ਹੈ ਕਿ ਪੈਸਾ ਹੈ ਵੇ, ਮੈਂ ਕਹਿੰਦਾ ਭਾਈ ਜੇ ਤੁਸੀਂ ਕਿਸੇ ਦਾ ਭਲਾ ਨਹੀਂ ਨਾ ਕਰ ਰਹੇ, ਮੇਰੀ ਗੱਲ ਯਾਦ ਰੱਖਣਾ, ਤੇ ਭਲਾ ਨਹੀਂ ਜੇ ਹੋਣਾ, ਡੈਫੀਨੇਟਲੀ ਤੁਹਾਡਾ ਭਲਾ ਨਹੀਂ ਜੇ ਹੋਣਾ। ਅੱਲਾਹ ਪਾਕ ਦਾ ਮੇਰੇ ਤੇ ਇੰਨਾ ਅਹਿਸਾਨ ਹੈ, ਮੇਰੇ ਤੇ ਇੰਨਾ ਕਰਮ ਹੈ ਕਿ ਮੈਂ ਆਪਣੇ ਮੁਲਕ ਵਾਸਤੇ ਤੇ ਖੈਰ ਅਸੀਂ ਪਤਾ ਨਹੀਂ ਕੁਝ ਕਰ ਰਹੇ ਹਾਂ ਕਿ ਨਹੀਂ ਕਰ ਰਹੇ, ਲੇਕਿਨ ਇਹ ਵੇ ਕਿ ਅਸੀਂ ਪਾਕਿਸਤਾਨ ਦੀ ਪਹਿਚਾਨ ਜ਼ਰੂਰ ਆ, ਭਾਵੇਂ ਅਸੀਂ ਹਮਸਾਇਆ ਮੁਲਕ 'ਚ ਹੀ ਹਾਂ। ਸਰ ਤੁਸੀਂ ਆਪਣੇ ਮੁਲਕ ਵਾਸਤੇ ਉਹ ਕੁਝ ਕਰ ਗਏ ਹੋ ਕਿ ਜਿਹੜਾ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦਾ ਹੈ। ਤੁਸੀਂ ਅਲਾਮਤ ਹੋ ਆਪਣੇ ਮੁਲਕ ਦੀ ਔਰ ਕਲਚਰ ਦਾ ਚਿਹਰਾ ਹੋ, ਔਰ ਕਲਚਰ ਤੁਹਾਨੂੰ ਪਤਾ ਹੈ ਕਿ ਪਤਾ ਕੀ ਗੱਲ ਹੈ, ਸਾਡੇ ਮੁਲਕ 'ਚ ਸਿੰਗਰ ਥੋੜਾ ਜਿਹਾ ਅਪਲਾਈਜ ਕੀਤਾ ਜਾਂਦਾ, ਅਦਰਵਾਈਜ਼ ਫਨਕਾਰ ਜਿਹੜਾ ਨਾ ਉਹਦਾ ਨਹੀਂ ਕੋਈ ਸੈਟਅਪ, ਉਹਦਾ ਨਹੀਂ ਕੋਈ ਸਹੀ ਆ, ਕੋਈ ਇੰਸਟੀਟਿਊਟ ਨਹੀਂ ਜਾਂ ਕੋਈ ਗੱਲ ਨਹੀਂ। ਮਤਲਬ ਅਸੀਂ ਥੀਏਟਰ ਕਰਨੇ ਪਏ ਨਾ, ਜਦੋਂ ਤੱਕ ਚੱਲ ਰਹੇ ਹਾਂ ਕਰ ਰਹੇ ਹਾਂ। ਅਗਰ ਅੱਲਾ ਨਾ ਕਰੇ ਕੋਈ ਬਿਮਾਰ ਹੋ ਜਾਏ ਜਾਂ ਕੁਛ ਹੋ ਜਾਏ ਤੇ ਮਤਲਬ ਹੈ ਹੀ ਨਹੀਂ, ਕੋਈ ਪੈਨਸ਼ਨ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਠੀਕ ਹੈ। ਮਤਲਬ ਅਸੀਂ ਕੁਛ ਆਰਟਿਸਟ ਨੇ ਜਦੋਂ ਹੁੰਦਾ ਕਿ ਚਲੋ ਕੁਛ ਨਾ ਕੁਛ, ਲੇਕਿਨ ਉਹ ਕਿਸੇ ਵੇਲੇ ਇੰਝ ਆਪਣੇ ਪਿੱਛੇ ਵੇਖੀਦਾ ਤੇ ਸਾਰਾ ਕੁਛ ਹਾਲੇ ਸਾਡਾ ਵੀ ਪਿੱਛੇ ਪਿਆ ਹੈ। ਬਾਜ਼ ਲੋਕ ਆ ਕੇ ਕੋਈ ਆਰਟਿਸਟ ਜੂਨੀਅਰ ਜਾਂ ਕੋਈ ਸੀਨੀਅਰ ਕੋਈ ਪ੍ਰੋਬਲਮ ਸੁਣਾਉਂਦਾ, ਥੋੜੀ ਬਹੁਤੀ ਤੇ ਅਸੀਂ ਉਹਦੀ ਹੱਲ ਕਰ ਸਕਦੇ ਹਾਂ ਪ੍ਰੋਬਲਮ। ਜੀ ਮਤਲਬ ਉਹਨੂੰ ਬਕਾਇਦਾ ਇੰਝ ਘਰ ਬਣਾ ਕੇ ਜਾਂ ਗੱਡੀ ਲੈ ਕੇ ਉਹ ਨਹੀਂ ਅਸੀਂ ਕਰ ਸਕਦੇ, ਕਿਉਂਕਿ ਅਸੀਂ ਜਦੋਂ ਇੰਝ ਪਿੱਛੇ ਵੇਖਦੇ ਨਾ ਹਾਲੇ ਸਾਡਾ ਆਪਣਾ ਬਹੁਤ ਕੁਝ ਬਣਨ ਵਾਲਾ ਪਿਆ ਹੈ। ਬਿਲਕੁਲ ਸਹੀ। ਥੋੜਾ ਜਿਹਾ ਕੋਈ ਗਵਰਨਮੈਂਟ ਦਾ ਕੋਈ ਫੰਡ ਹੋਣਾ ਚਾਹੀਦਾ ਹੈ ਜਾਂ ਇੱਕ ਅਦਾਰਾ ਇੱਕ ਹੋਣਾ ਚਾਹੀਦਾ ਹੈ। ਮਤਲਬ ਸੈਂਸਰ ਕਰਨ ਵਾਲੇ ਨੇ, ਹੋਰ ਡਿਪਾਰਟਮੈਂਟ ਨੇ, ਰੈਸਲ ਦੇਖਦੇ ਨੇ, ਸਕ੍ਰਿਪਟ ਪਾਸ ਕਰਦੇ ਨੇ, ਹਰ ਚੀਜ਼ ਵਲਗੈਰਿਟੀ ਨੂੰ ਕੰਟਰੋਲ ਕਰਨ ਵਾਸਤੇ। ਮਤਲਬ ਕੋਈ ਗਵਰਨਮੈਂਟ ਵੱਲੋਂ ਛੋਟਾ ਜਿਹਾ ਇੱਕ ਅਦਾਰਾ ਹੋਣਾ ਚਾਹੀਦਾ ਹੈ ਕਿ ਬਈ ਕੋਈ ਪ੍ਰੋਬਲਮ, ਕਿਉਂਕਿ ਪਤਾ ਕੀ ਗੱਲ ਹੈ, ਗਵਰਨਮੈਂਟ ਜਿਹੜੀ ਹੁੰਦੀ ਹੈ ਨਾ, ਉਹ ਚਾਹੇ ਜਿਸ ਮਰਜ਼ੀ ਮੁਲਕ ਦੀ ਹੋਵੇ, ਉਹਦੇ ਵਾਸਤੇ ਵੱਡੀ ਤੋਂ ਵੱਡੀ ਪ੍ਰੋਬਲਮ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ। ਸਰ ਖਾਂ ਜੀ ਦੇਖੋ ਕਿ ਮੈਂ ਇੱਕ ਅਰਜ਼ ਕਰਦੇ ਹਾਂ, ਤੁਸੀਂ ਬਿਲਕੁਲ ਬਚਾ ਕਹਿ ਰਹੇ ਹੋ, ਲੇਕਿਨ ਤੁਹਾਡੇ ਵਾਸਤੇ ਵੀ ਹੈਰਾਨਗੀ ਵਾਲੀ ਗੱਲ ਹੋਏਗੀ ਔਰ ਸੁਣਨ ਵਾਲੇ ਵਾਸਤੇ ਵੀ ਕਿ ਅਕਸਰ ਸਾਡੇ ਆਰਟਿਸਟਾਂ ਦੇ 'ਚ ਦੇਖਿਆ ਗਿਆ ਸਟੇਜ ਦੇ ਵਾਲੇ ਨਾਲ ਕਿ ਵੀ ਜਦੋਂ ਬਿਮਾਰ ਹੁੰਦੇ ਨੇ ਤਾਂ ਇੱਕ ਅਪੀਲ ਹੋ ਰਹੀ ਹੁੰਦੀ ਹੈ। ਇਹ ਸਾਰਾ ਇਹਦੀ ਵਜੂਹਾਤ ਨੇ। ਇਹਦੀ ਬੇਸਿਕ ਵਜ੍ਹਾ ਹੈ ਕਿ ਜਿਸ ਤਰ੍ਹਾਂ ਅਸੀਂ ਗੌਰਮੈਂਟ ਦੇ ਉੱਤੇ ਕਰਨਾ ਚਾਹੀਦਾ ਔਰ ਗੌਰਮੈਂਟ ਕਰ ਰਹੀ ਹੈ। ਸਾਡੇ ਕੋਲ ਆਰਟਿਸਟਾਂ ਦੀ ਜ਼ਿਮਨ ਵਿੱਚ ਕਲਚਰ ਦੀ ਪ੍ਰਮੋਸ਼ਨ ਵਾਸਤੇ ਇਤਨਾ ਕੁ ਪੈਸਾ ਆਉਂਦਾ ਹੈ, ਇਤਨਾ ਕੁ ਪੈਸਾ ਆਉਂਦਾ, ਤੁਹਾਨੂੰ ਹੈਰਾਨਗੀ ਹੋਏਗੀ ਕਿ ਹਰ ਆਰਟਿਸਟ ਦਾ ਇੱਕ ਮਹਿਲ ਬਣਨਾ ਚਾਹੀਦਾ। ਲੇਕਿਨ ਇਹ ਸਾਰਾ ਪੈਸਾ ਕਿੱਥੇ ਜਾਂਦਾ ਹੈ? ਇਹ ਸਾਰਾ ਪੈਸਾ ਜਿਹੜੇ ਫਨਕਾਰਾਂ 'ਚੋਂ ਸਾਡੇ ਕੁਝ ਵੱਡੇ ਨੇ ਉਹ ਖਾ ਪੀ ਜਾਂਦੇ ਨੇ, ਜਾਂ ਜਿਨ੍ਹਾਂ ਦੇ ਕੋਲ ਇਹ ਪੈਸਾ ਆਉਂਦਾ ਹੈ ਉਹ ਉਹਨਾਂ ਦੇ ਵੱਡੇ ਖਾ ਪੀ ਜਾਂਦੇ ਨੇ। ਜਿਹੜੀਆਂ NGOs ਕੋ ਪੈਸਾ ਆਉਂਦਾ ਹੈ ਉਹ ਖਾ ਪੀ ਜਾਂਦੀਆਂ ਨੇ। ਬੈਰੂਨੇ ਮਮਾਲਿਕ ਤੋਂ NGOs ਦੇ ਜ਼ਰੀਏ ਇਤਨਾ ਪੈਸਾ ਆਉਂਦਾ ਹੈ। ਆਰਟਸ ਕੌਂਸਲਾਂ ਭਰੀਆਂ ਪਈਆਂ ਨੇ ਸਾਡੇ ਫੰਡ ਦੇ ਨਾਲ। ਇਹ ਪੈਸਾ ਕਿੱਥੇ ਵੇ, ਕਿਉਂ ਨਹੀਂ ਮਿਲਦਾ? ਤੁਹਾਡੀ ਗੱਲ ਮੈਂ ਮੰਨ ਲਈ, ਠੀਕ ਹੈ ਨਾ। ਮੈਂ ਕਿਸੇ ਇੱਕ ਨੂੰ ਟਾਰਗੇਟ ਨਹੀਂ ਕਰ ਰਿਹਾ, ਮੈਂ ਇੱਕ ਖੁੱਲੀ ਗੱਲ ਕਰ ਰਿਹਾ। ਮਤਲਬ ਕਿੰਨੇ ਸਾਲ ਦੀ ਜ਼ਿੰਦਗੀ ਹੈ ਜੀ? 50 60 55 70 75 80 ਐਵਰੇਜ ਜੋ 60 ਸਾਲ ਦੀ ਚੱਲ ਰਹੀ ਹੈ ਇਸ ਵੇਲੇ। ਮੈਂ ਕਹਿੰਦਾ ਕਿ ਉਹ ਇੱਕ ਕਿਸੇ ਬਜ਼ੁਰਗ ਨੇ ਫਰਮਾਇਆ ਹੈ ਜਾਂ ਕੋਈ ਸ਼ੇਰ ਹੈ ਜਾਂ ਕੋਈ ਕਿਸੇ ਅਲਾਮਾ ਦੀ ਗੱਲ ਹੈ, ਕਮੋਬੇਸ਼ ਅੱਲਾਹ ਪਾਕ ਮਾफ़ करे। कहते हैं कि अगर औलाद अच्छी है तो जोड़ने का क्या फ़ायदा, अगर औलाद अच्छी है तो जोड़ने का क्या फ़ायदा, अगर औलाद बुरी है तो जोड़ने का क्या फ़ायदा।
ਬਿਲਕੁਲ। ਜਿਨ੍ਹਾਂ ਲੋਕਾਂ ਦੇ ਜਿਹੜੇ ਲੋਕ ਤੁਸੀਂ ਜਿਨ੍ਹਾਂ ਦਾ ਕਹਿ ਰਹੇ ਹੋ ਜਿਨ੍ਹਾਂ ਨੂੰ ਪਤਾ ਹੈ ਕਿ ਪੈਸਾ ਹੈ ਵੇ, ਮੈਂ ਕਹਿੰਦਾ ਭਾਈ ਕੀ ਕਰਨਾ ਕੀ ਹੈ, ਕਿੱਥੇ ਲੈ ਕੇ ਜਾਣਾ ਹੈ। ਜਾਂ ਮੈਂ ਕਹਿੰਦਾ ਜੇ ਜ਼ਿੰਦਗੀ 'ਚ ਤੁਸੀਂ ਕਿਸੇ ਦਾ ਭਲਾ ਨਹੀਂ ਨਾ ਕਰ ਰਹੇ ਤੇ ਜ਼ਲੀਲ ਵੀ ਨਾ ਕਿਸੇ ਨੂੰ ਕਰੋ। ਬਿਲਕੁਲ ਨਹੀਂ, ਜੇ ਤੁਸੀਂ ਕਿਸੇ ਦਾ ਭਲਾ ਨਹੀਂ ਨਾ ਕਰ ਰਹੇ, ਮੇਰੀ ਗੱਲ ਯਾਦ ਰੱਖਣਾ, ਤੇ ਭਲਾ ਨਹੀਂ ਜੇ ਹੋਣਾ, ਨਹੀਂ ਹੋਣਾ। ਕਿਵੇਂ ਹੋ ਸਕਦਾ? ਡੈਫੀਨੇਟਲੀ ਤੁਹਾਡਾ ਭਲਾ ਨਹੀਂ ਜੇ ਹੋਣਾ। ਨਹੀਂ ਹੋ ਸਕਦਾ। ਜਾਂ ਪਤਾ ਨਹੀਂ ਅਸੀਂ ਜਿਹੜੀ ਕੋਈ ਹਦੀਸੇ ਮੁਬਾਰਕਾ ਜਾਂ ਕੋਈ ਕੁਰਾਨ ਮਜੀਦ ਦੀ ਆਇਤ ਜਾਂ ਕਿਸੇ ਉਲਾਮਾ ਦੀ ਜਾਂ ਕਿਸੇ ਮਤਲਬ ਮੁਫਤੀ ਦੀ ਜਾਂ ਕਿਸੇ ਦੀ ਅਸੀਂ ਕੋਈ ਗੱਲ ਸੁਣ ਲਈਏ ਤੇ ਯਕੀਨ ਕਰੋ ਉਹ ਗੱਲ ਨਹੀਂ ਨਿਕਲਦੀ। ਇੱਕ ਛੋਟਾ ਜਿਹਾ ਵਾਕਿਆ ਸੁਣਾਵਾਂਗਾ। ਮੈਂ ਰੋਜ਼ਿਆਂ ਦੇ ਵਿੱਚ ਨਾ, ਕਿਉਂਕਿ ਦਾੜੀ ਦੂੜੀ ਰੱਖੀ ਦੀ ਹੈ, ਕੰਮ ਨਹੀਂ ਨਾ ਹੁੰਦਾ ਤੇ ਨਾ ਸ਼ੇਵ ਕਰੀ ਦੀ ਇਸ ਤਰ੍ਹਾਂ, ਤੇ ਮੈਂ ਆਪਣੇ ਘਰ ਦੇ ਬਾਹਰ ਬੈਠਾ ਹੋਇਆ ਤੇ ਉਹ ਕੋਈ ਦੋ ਲੜਕੇ ਆਏ, ਕਹਿੰਦੇ ਯਾਰ ਭਾਈ ਤਸਵੀਰਾਂ ਬਣਾਉਣੀਆਂ। ਮੈਂ ਕਿਹਾ ਯਾਰ ਮੈਂ ਸ਼ੇਵ ਨਹੀਂ ਕੀਤੀ ਹੋਈ ਤੇ ਦਾੜੀ 'ਚ ਮੈਂ ਕਦੀ ਤਸਵੀਰਾਂ ਲਵਾਈਆਂ ਨਹੀਂ ਹੈਗੀਆਂ ਤੇ ਵੈਸੇ ਹੀ ਮਤਲਬ ਰੱਖੀ ਹੈ ਕਿ ਕੰਮ ਹੀ ਨਹੀਂ ਹੈਗਾ ਕੋਈ ਰੋਜ਼ੇ ਨੇ। ਉਹ ਕਹਿੰਦੇ, ਮੈਂ ਕਿਹਾ ਚਲੋ ਫਿਰ ਕਦੀ ਬਣਵਾ ਲਓ ਭਾਵੇਂ, ਫਿਰ ਤੁਸੀਂ ਸਾਡੇ ਕਦੇ ਉੱਥੇ ਲੱਗਣਾ। ਮੈਂ ਕਿਹਾ ਇਹ ਘਰ ਹੈ ਮੇਰਾ ਇੱਥੇ ਹੀ, ਤੇ ਨਾਲ ਇੱਥੇ ਜੁਮਾ ਪੜ੍ਹਨਾ, ਮੈਂ ਨਾਲ ਮਸਜਿਦ ਸੀ, ਤੇ ਮੈਂ ਕਿਹਾ ਕਿਸੇ ਵੇਲੇ ਮੁਲਾਕਾਤ ਹੋ ਜਾਏਗੀ। ਖੈਰ ਜੀ, ਉਹ ਇੱਕ ਦੋ ਆਰਟਿਸਟ ਵੀ ਬੈਠੇ ਸੀ ਰਾਤ ਨੂੰ, ਤੇ ਉੱਤੋਂ ਆਵਾਜ਼ ਆਈ ਸੈਰੀ ਟਾਈਮ ਕਿ ਵੀ ਸੈਰੀ ਤਿਆਰ ਹੋ ਗਈ। ਉਹ ਅਸੀਂ ਉੱਠੇ ਤੇ ਉਹ ਮੁੰਡੇ ਚਲੇ ਗਏ ਕਾਫੀ ਦੇਰ ਪਹਿਲੇ। ਅਸੀਂ ਉੱਠੇ ਕੁਰਸੀਆਂ ਚੁੱਕ ਰਹੇ ਹਾਂ ਤੇ ਵੀ ਤੂੰ ਸੈਰੀ ਕਰਨੀ, ਤੂੰ ਸੈਰੀ ਕਰਨੀ। ਵਿੱਚੋਂ ਦੋ ਤਿੰਨ ਆਰਟਿਸਟਾਂ ਨੇ ਕਿ ਹਾਂ ਮੈਂ ਵੀ ਕਰਨੀ। ਉਹ ਮੈਂ ਕਿਹਾ ਉਹ ਜ਼ਿਆਦਾ ਬਣਾਓ। ਤੇ ਅਸੀਂ ਕੁਰਸੀਆਂ ਚੁੱਕ ਤੇ ਇੱਕ ਸ਼ਾਪਰ ਬੈਗ ਪਿਆ ਸੀ। ਮੈਂ ਕਿਹਾ ਯਾਰ ਇਹ ਸ਼ਾਪਰ ਕਿਹਦਾ? ਤੇਰਾ ਤੇਰਾ? ਕਹਿੰਦੇ ਮੇਰਾ ਨਹੀਂ, ਮੇਰਾ ਨਹੀਂ, ਮੇਰਾ ਨਹੀਂ। ਉਹ ਮੈਂ ਕਿਹਾ ਖੋਲੋ ਸੀ। ਖੁੱਲਿਆ ਤੇ ਉਹਦੇ 'ਚ ਨਾ ਕੋਈ 7 ਕੁ ਸੂਟ ਸਨ। 3 ਸੂਟ ਜਿਹੜੇ ਸਨ ਉਹ ਬਗੈਰ ਪੈਕ ਸਨ ਤੇ ਬਾਕੀ 3-4 ਸੂਟ ਜਿਹੜੇ ਨੇ ਉਹ ਪੈਕ ਸਨ 1 ਬਾਈ 1। ਉਹ ਕਿਹਦੇ ਨੇ ਯਾਰ, ਉਹ ਜਿਹੜੇ ਮੁੰਡੇ ਆਏ ਉਹਨਾਂ ਦੇ ਤੇ ਨਹੀਂ? ਕਹਿੰਦੇ ਹਾਂ ਲੱਗਦਾ ਉਹਨਾਂ ਦੇ ਨੇ। ਚਲੋ ਮੈਂ ਕਿਹਾ ਅੰਦਰ ਰੱਖ ਦਿਓ। 6 ਮਹੀਨੇ ਲੰਘ ਗਏ ਇਸ ਗੱਲ ਨੂੰ। ਮੇਰਾ ਤਾਏ ਦਾ ਬੇਟਾ ਵੱਡਾ ਮੈਨੂੰ ਕਹਿੰਦਾ ਯਾਰ ਦਰਾਜ ਕਿਤੇ ਖੋਲ੍ਹਣ, ਕਹਿੰਦਾ ਯਾਰ ਫਿਰ ਸੂਟ ਪਏ ਨੇ, ਇੱਕ ਮੈਂ ਬਣਾ ਲੈਣਾ, ਇੱਕ ਤੂੰ ਬਣਾ ਲੈ, ਇੱਕ ਉਹਨਾਂ 'ਚ ਵੰਡਦੇ ਨੇ ਪਤਾ ਨਹੀਂ ਕਿਤੇ ਨੇ। ਮੈਂ ਕਿਹਾ ਯਾਰ ਅੱਛਾ ਚਲੋ, ਮੈਂ ਕਿਹਾ 2 ਤੂੰ ਲੈ ਲੈ 2। ਮੈਂ ਕਿਹਾ ਚੱਲ ਪਏ ਰਹਿੰਦੇ ਯਾਰ। ਫਿਰ ਪਏ ਸਾਲ 1.5 ਸਾਲ ਹੋ ਗਿਆ ਭਾਵੇਂ ਉਹਨਾਂ ਨੂੰ ਉਹ ਸੂਟ ਪਏ ਰਹੇ। ਠੀਕ ਹੈ ਜੀ, ਖੁਦਾ ਸ਼ਾਹਿਦ ਹੈ, ਗੱਲ ਬਿਲਕੁਲ ਸੱਚੀ ਹੈ। ਠੀਕ ਹੈ। ਇੱਕ ਦਿਨ ਮੈਂ ਜੁਮਾ ਪੜ੍ਹਨ ਗਿਆ, ਨਾਲ ਮਸਜਿਦ ਸੀ। ਮੈਂ ਜੁਮਾ ਪੜ੍ਹ ਕੇ ਆ ਰਿਹਾ ਤਾਂ ਇੰਝ ਮੋਟਰਸਾਈਕਲ ਰੁਕੀ ਤੇ ਉਹ 2 ਮੁੰਡੇ ਉਤਰੇ। ਮੈਨੂੰ ਕਹਿੰਦੇ ਭਾਵੇਂ ਅੱਜ ਨਹੀਂ ਤੁਹਾਨੂੰ ਜਾਣ ਦੇਣਾ, ਅੱਜ ਨਹੀਂ ਜਾਣ ਦੇਣਾ, ਅੱਜ ਤੁਹਾਡੇ ਨਾਲ ਤਸਵੀਰ ਲਵਾਉਣੀ ਹੈ। ਉਦੋਂ ਵੀ ਤੁਸੀਂ ਕਿਹਾ ਸੀ। ਮੈਂ ਕਿਹਾ ਉਦੋਂ ਕਦੋਂ? ਕਹਿੰਦਾ ਯਾਦ ਹੈ ਅਸੀਂ ਭਾਵੇਂ ਰੋਜ਼ਿਆਂ 'ਚ ਆਏ ਸੀ ਤੇ ਤੁਸੀਂ ਕਿਹਾ ਸੀ ਕਿ ਫਿਰ ਕਦੀ ਬਣਵਾਵਾਂਗੇ, ਤੇ ਅਸੀਂ ਉਹੀ ਮੁੰਡੇ ਹਾਂ। 1.5-2 ਸਾਲ ਹੋ ਗਏ ਨੇ ਭਾਵੇਂ ਉਹ ਸੂਟ ਰੋਲ ਰਹੇ ਨੇ ਕਦੀ ਇੱਧਰ। ਮੈਂ ਕਿਹਾ ਓਏ ਇੱਧਰ ਆਓ। ਉਹ ਜਦੋਂ ਰੋਜ਼ਿਆਂ ਇੱਥੇ ਕਹਿੰਦੇ ਹਾਂਜੀ ਭਾਵੇਂ ਅਸੀਂ ਉਦੋਂ ਦੋਵੇਂ ਅਸੀਂ ਸੀ। ਮੈਂ ਕਿਹਾ ਤੁਹਾਡੀ ਕੋਈ ਚੀਜ਼ ਡਿੱਗੀ ਸੀ ਜਾਂ ਤੁਹਾਡੀ ਕੋਈ ਚੀਜ਼ ਗੁਆਚੀ ਸੀ? ਤੇ ਕਹਿੰਦਾ ਹਾਂਜੀ ਭਾਵੇਂ ਸਾਡੇ ਸੂਟ ਸਨ ਤੇ ਉਹ ਪਤਾ ਨਹੀਂ ਕਿਤੇ ਰਸਤੇ ਡਿੱਗ ਪਏ, ਕਿਤੇ ਡਿੱਗ ਪਏ। ਮੈਂ ਕਿਹਾ ਇੱਕ ਸੂਟ ਦਾ ਕਲਰ ਦੱਸੋ ਕਿਹੜਾ ਸੀ? ਕਹਿੰਦਾ ਭਾਵੇਂ ਗੱਲ ਤੇ ਕਾਫੀ ਪੁਰਾਣੀ ਹੈਗੀ ਹੈ ਤੇ ਬਹਰਹਾਲ 7 ਸੂਟ ਸਨ, ਸਾਨੂੰ ਇੰਨਾ ਯਾਦ ਹੈ। ਮੈਂ ਉਹਨਾਂ ਨੂੰ ਲਿਆ, ਅੰਦਰੋਂ ਸੂਟ ਕੱਢੇ। ਮੈਂ ਕਿਹਾ ਚੈੱਕ ਕਰੋ ਇਹ ਉਹੀ ਨੇ। ਉਹਨਾਂ ਨੇ ਉਹ ਸੂਟ ਦੇ ਭਾਵੇਂ ਇਹ ਸਾਡੇ ਸੂਟ ਨੇ। ਮੈਂ ਕਿਹਾ ਲਓ ਯਾਰ, ਸਾਂਭ ਕੇ ਮੈਂ ਰੱਖੇ ਸੀ, ਕਿਉਂਕਿ ਮੈਂ ਕੁਰਾਨ ਮਜੀਦ ਦੀ ਇੱਕ ਆयत ਦਾ ਉर्दू तर्जमा सुनया सी कि अगर तुम्हें किसी की पड़ी चीज मिले तो उसे पड़ी रहने दो। वाह वाह वाह। नहीं, अगर तुमने उठाई है तो मशरक से मगरब तक, मगरब से मशरक तक उसको ढूंढो और उसको दो। वाह रे वाह। वरना वहीं पड़ी रहने दो, समझो तो तुम्हारे हक में बेहतर है। बहुत अच्छा। ਵਾਹ ਵਾਹ। ਔਰ ਖਾਨ ਸਾਹਿਬ ਜਿਹੜੀ ਤੁਸੀਂ ਪਹਿਲੇ ਵੀ ਗੱਲ ਸੁਣਾਈ ਹੈ ਨਾ ਕਿ ਵੀ ਪੈਸੇ ਜਮ੍ਹਾਂ ਕਰਨ ਦੀ, ਇਹ ਵੀ ਮੌਲਾ ਅਲੀ ਦਾ ਕੌਲ ਹੈ। ਔਰ ਕਾਦਰ ਖਾਨ ਸਾਹਿਬ ਨੇ ਜਿਹੜੇ ਰਾਈਟਰ ਨੇ ਸਾਡੇ ਇੰਡੀਆ ਦੇ, ਉਹਨਾਂ ਨੇ ਆਪਣੀ ਫਿਲਮ ਦੇ ਵਿੱਚ ਇੱਕ ਦੇ ਵਿੱਚ ਕੋਡ ਕੀਤੀ ਸੀ ਇਹ ਜੁਮਲਾ। और उन्होंने जुमला कि अगर औलाद अच्छी है तो पैसे जमा करने की क्या ज़रूरत है, और अगर औलाद नालायक है तो पैसे जमा करने। बिल्कुल ठीक है, भी चंगी है तो आप बना लेगी, नालायक है तो फिर हाँ, ये मौला अली का कौल है जिसको उन्होंने कोड किया, बताया। बात ये है कि जी आप 1 अरब रुपया दे रहे हैं आर्टिस्टों की फलाह बहबूद के लिए, तो उसको चेक किसने करना है? जो दे रहा है वो चेक भी तो रखे ना कि यार ये उनको मिल रहा है या नहीं मिल रहा है। जी, सिंपल सी कहानी है। इसी तरह देखिए, आर्टिस्ट स्टेज का एक्टर है, वो स्टेज पे काम कर रहा है, वहां एक इक्विटी बननी चाहिए आर्टिस्टों की। एक आदमी ऐसा होना चाहिए धड़ल्ले वाला जो उनके लिए फाइट कर सके। इसी तरह टेलीविजन पे भी होना चाहिए, इसी तरह फिल्म में भी होना चाहिए कि भाई ये सारे धड़े बन जाए, हर आदमी अपने अपने मास पे वो इकट्ठे होके जाएंगे जी आर्टिस्टों की फलाह बहबूद कर। इस तरह से अगर एक ऐसा आदमी जिसमें भूख नंग नहीं है, उसको जब आप उस पर बिठा देंगे तो वो फिर डिस्ट्रीब्यूशन प्रॉपर कर देगा। आप अगर बैठ के किसी ब्यूरोक्रेट के थ्रू ये सारे काम करवाएंगे
तो फिर तो वो ब्यूरोक्रेट को तो उसने तो मुंह ही नहीं लगाना ना किसी आदमी को। जो प्रॉपर आर्टिस्ट हैं, जो बात कर सकते हैं, जिनमें तालीम है, जो फाइट कर सकते हैं, उनको आप पोजीशंस दें, उनको जॉब्स दें। फिर वो गिरबान भी उस आर्टिस्ट का आप पकड़ सकते हैं कि कोई आर्टिस्ट बेचारा इलाज के बगैर मर जाए तो फिर उसको आप पकड़ सकते हैं। पहली बात। दूसरी बात ये है कि जैसे हमारे मुल्क में देखिए नापा बना, पता नहीं कौन से आर्टिस्ट वहां पे वो खपा रहे हैं, कुछ समझ से बाहर है। फिर इसी तरह नेशनल इंस्टीट्यूट है इस्लामाबाद में है, उसमें एक एक्टर बैठ जाता है, वो जालिम का बच्चा किसी और एक्टर को वहां घुसने ही नहीं देता। और वहाँ भी बड़ा फंड आता है। हाँ, फंड आता है, पता नहीं किनको बुला के वो प्रोग्राम। ओ भाई, अब आप देखो कि फिल्म इंडस्ट्री पे प्रोग्राम होता है, वहां पे नय्यर इजाज नहीं है, वहां पे जावेद शेख नहीं है, वहां पे शान नहीं है, जो इंडस्ट्री के बंदे, जो इंडस्ट्री के बंदे वो वहां नहीं है। पता नहीं किनको बुला के वो शो ये वो क्या दिखाना चाहते हैं। अपनी भूख खत्म नहीं कर रहे होते तो दूसरों की भूख कैसे खत्म करेंगे। फिर टीवी पे आपको याद होगा कि हम लोग के रेट्स 10,000 किए थे उन्होंने मेन में। जी। तो उसमें उन्होंने कार्ड दिए, तो हम लोग लाहौर में ए में जंजालपुरा कर रहे थे, बी में रंजिश हो रही थी। सबा हमीद साहबा वो ऐसे भागती भागती है, उन्होंने कहा कि देखो क्या जुल्म हुआ है, हमारे जो रेट बढ़े थे वो इन्होंने फिर कम कर दिए। मैं खड़ा था, मैंने कहा यार रोने पीटने का कोई फायदा नहीं, हिम्मत है तो चलो आओ बाहर खड़े हो जाते हैं। तो हम लोग बाहर खड़े हो गए, हम दोबारा अपने रेट्स ले आए। तो हम लोग, मैंने डंडे खाए यार, बकायदा तस्वीरें अखबार में बताया लमरा के बाहर सड़कों पे हमें डंडे पड़े, मुझे डंडे भी पड़े। जब हम लोग उस वक्त के वो जो गवर्नर थे, हम लोग उसके पास गए तो उन्होंने कहा यार आप लोग तो 2-4 आदमी जो है, आप सबा नैयर साहब, आप सबा नबील या 2-4 और हैं, वो तो लड़ रहे हो कि जी हमारे रिवाइज कर दें, हमें फायदा दे दे। तो आपको तो सीनियर एक्टर करते हैं, गोली मारे ने जी हमें को प्लॉट ही दे दे। हमारा एक्टर वहां जाके भूख नंग डाल देगा। बस यही मैं तो जंग, जब जंग लड़नी है तो फिर जंग को प्रॉपर वे में लड़ा जाए।